ਸੋਰਠ ਮਹਿਲਾ ਤੀਜਾ। ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ। ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ। ਜਿਸ ਜੋਤੀ ਜੋਤ ਮਿਲਾਏ। ਸਤਿਗੁਰ ਮਿਲਿਆ ਉਲਟੀ ਭਈ ਭਾਈ। ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ। ਜਿਸ ਜੋਤੀ ਜੋਤ ਮਿਲਾਏ। ਮਨ ਰੇ ਹਰ ਹਰ ਸੇਤੀ ਲਿਵ ਲਾਏ। ਮਨ ਹਰ ਜਪ ਮੀਠਾ ਲਾਗੈ ਭਾਈ। ਗੁਰਮੁਖ ਪਾਏ ਹਰ ਥਾਏ। ਰਹਾਉ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ। ਮਨ ਮੁਖ ਦੂਜੈ ਭਾਏ। ਤੋਹ ਕੁਟਹਿ ਮਨ ਮੁਖ ਕਰਮ ਕਰਹਿ ਭਾਈ। ਪੱਲੇ ਕਿਛੂ ਨਾ ਪਾਏ। ਗੁਰ ਮਿਲਿਆ ਨਾਮ ਮਨ ਰਵਿਆ ਭਾਈ। ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ। ਗੁਰ ਕੈ ਹੇਤ ਅਪਾਰ ਆਇਆ ਸੋ ਪਰਵਾਣ ਹੈ ਭਾਈ। ਜੇ ਗੁਰ ਸੇਵਾ ਚਿਤ ਲਾਏ। ਨਾਨਕ ਨਾਮ ਹਰ ਪਾਈਐ ਭਾਈ। ਗੁਰ ਸ਼ਬਦੀ ਮਿਲਾਏ। ਆਇਆ ਸੋ ਪਰਵਾਣ ਹੈ ਭਾਈ। ਜੇ ਗੁਰ ਸੇਵਾ ਚਿਤ ਲਾਏ। ਨਾਨਕ ਨਾਮ ਹਰ ਪਾਈਐ ਭਾਈ। ਗੁਰ ਸ਼ਬਦੀ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ। ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਅੰਮ੍ਰਿਤ ਵੇਲੇ ਦੀ ਜਾਗ ਵੀ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਮਹਾਰਾਜ ਦੀ ਰਹਿਮਤਾਂ ਦਾ ਦਰ ਖੁੱਲ੍ਹਦਾ ਹੈ।
ਸਾਡੇ ਵਾਸਤੇ ਸ਼੍ਰੀਮੁਖ ਵਾਕ ਪ੍ਰਾਪਤ ਹੋਇਆ। ਤੇ ਸ਼੍ਰੀਮੁਖ ਵਾਕ ਜੋ ਪ੍ਰਾਪਤ ਹੋਇਆ ਹੈ, ਉਹ ਜੋ ਨਿਤਾ ਪ੍ਰਤੀਆ ਪੜ੍ਹਦੇ ਸੁਣਦੇ ਹੋ, ਜਾਣ ਕੇ ਸ਼ਾਇਦ ਹੈਰਾਨੀ ਹੋਵੇ, 14 ਤਰੀਕ 15 ਤਰੀਕ 16 17 18 ਅੱਜ ਕੁੱਲ 4-5 ਦਿਨ ਹੀ ਹੋਏ ਨਾ। ਇਹ ਪਾਵਨ ਬਚਨ ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜੋ, ਸਗਲੇ ਦੁੱਖ ਭਲਾਇਣ। ਸਭ ਤੋਂ ਵੱਧ ਵਾਰ ਇਹ ਮਿਲਿਆ ਹੈ ਇਹਨਾਂ 4-5 ਦਿਨਾਂ ਦੇ ਵਿੱਚ। ਇਹ ਬਹੁਤੀ ਵਾਰ ਮਿਲਿਆ। ਤੇ ਇੱਕ ਵਾਰ ਸਾਨੂੰ ਮਿਲਿਆ ਸੀ ਆਦ ਪੂਰਨ ਮੱਧ ਪੂਰਨ। ਗੁਣ ਗਾਉਂਦਿਆਂ ਗਾਉਂਦਿਆਂ ਵਿਚਾਰ ਧਾਰਨਾ ਕੈਸੀ ਹੈ, ਕਰਤਾ ਪੁਰਖ ਸੰਪੂਰਨ ਹੈ। ਉਹ ਆਦ ਤੋਂ ਮੱਧ ਤੇ ਮੱਧ ਤੋਂ ਪੂਰਨ ਤੇ ਸੰਪੂਰਨ ਹੈ। ਤੇ ਕਰਨਾ ਤੇ ਜਪ ਪੈਣਾ ਹੈ। ਇਹਦਾ ਮਤਲਬ ਹੈ ਅਸੀਂ ਨਵੇਂ ਸਾਲ ਦੀ ਰਮਤਾ ਦੀ ਗੱਲ ਕਰਦੇ ਹਾਂ, ਨਾਨਕ ਸ਼ਾਹੀ 12 ਮਾਹ ਦੇ ਮੁਤਾਬਕ। ਤੇ ਨਵੇਂ ਸਾਲ ਦੇ ਪਹਿਲੇ ਹਫ਼ਤੇ 'ਚ ਮਹਾਰਾਜ ਇੱਕ ਹੀ ਗੱਲ ਬਾਰ-ਬਾਰ ਕਹਿ ਰਹੇ, ਭਾਈ ਜਪਣਾ ਸ਼ੁਰੂ ਕਰ ਦਿਓ। ਜਿਹਨੂੰ ਆਪਾਂ ਸਿਮਰਨ ਕਰਨਾ ਕਹਿ ਦਿੰਦੇ ਹਾਂ, ਭਾਈ ਜਪਣਾ ਸ਼ੁਰੂ ਕਰ ਦਿਓ। ਜਪ ਦੇ ਸਦਕੇ ਹੀ ਪਾਰ ਉਤਾਰਾ ਹੈ, ਹੋਰ ਕੋਈ ਤਰੀਕਾ ਨਹੀਂ ਜੇ। ਔਰ ਇਹਦਾ ਖੁਲਾਸਾ ਸਮਾਂ ਲੱਗੇ ਤੇ ਰਾਗ ਧਨਾਸਰੀ 'ਚ ਬੜਾ ਕੀਤਾ, ਜਪ ਮਨ ਸਤਨਾਮ ਸਦਾ ਸਤਨਾਮ। ਕੀ ਮਿਲੇਗਾ? ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਫਿਰ ਦੱਸਦੇ ਨੇ, ਜੈ ਹਰ ਸਿਮਰਨ ਪਾਇਆ, ਤਹ ਉਪਾਦ ਗਤ ਕੀਨੀ, ਵਡਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਤੇ ਪੁੱਛੀਏ ਕਿਆ ਮਤ ਦੀਨੀ? ਕਹਿੰਦੇ ਜਪ ਹਰ ਭਉ ਤਰਨਾ। ਬਈ ਜਿਵੇਂ ਬੇੜੀ ਵਾਸਤੇ ਚੱਪੂ ਤੇ ਮਾਰਨੇ ਪੈਣੇ ਨਾ, ਬੇੜੀ ਠੀਕ ਹੋਵੇ ਇਹ ਵੀ ਜ਼ਰੂਰੀ ਹੈ। ਬੇੜੀ ਦਿਸ਼ਾ ਤੁਹਾਨੂੰ ਪਤਾ ਹੋਵੇ ਜ਼ਰੂਰੀ ਹੈ। ਗਿਆਨ ਬਹੁਤ ਜ਼ਰੂਰੀ ਹੈ, ਇੰਤਜ਼ਾਮਾਤ ਬਹੁਤ ਜ਼ਰੂਰੀ ਹੈ ਕਿ ਬੇੜੀ ਠੀਕ ਹੋਵੇ, ਦਿਸ਼ਾ ਠੀਕ ਹੋਵੇ, ਲੋੜੀਂਦਾ ਸਾਮਾਨ ਹੋਵੇ। ਪਰ ਭਾਈ ਚੱਪੂ ਮਾਰਨੇ ਵੀ ਤਾਂ ਬੜੀ ਜ਼ਰੂਰੀ ਨੇ ਨਾ। ਗਿਆਨ ਦੇ ਸਾਰੇ ਕਾਰ ਕਰ ਵਰਤ ਕੇ ਜੇ ਚੱਪੂ ਨਹੀਂ ਚਲਾਵਾਂਗੇ ਤੇ ਬੇੜੀ ਚੱਲੇਗੀ, ਪਰ ਬੇੜੀ ਰੁੜੇਗੀ। ਉਹ ਬੇੜੀ ਦਾ ਰੁੜਨਾ ਤੇ ਬੇੜੀ ਦਾ ਚੱਲਣਾ, ਇਹੀ ਤੇ ਸੂਖਸ਼ਮ ਜਿਹਾ ਭੇਤ ਹੈ। ਸਾਡੀਆਂ ਬਹੁਤੇ ਜੀਆਂ ਦੀਆਂ ਬੇੜੀਆਂ ਦਰਿਆ 'ਚ ਰੁੜ ਰਹੀਆਂ ਨੇ। ਅਸੀਂ ਬਹੁਤ ਕੁਝ ਕੀਤੇ, ਪਰ ਬੇੜੀਆਂ ਸਾਡੀਆਂ ਭਵਸਾਗਰ 'ਚ ਡੱਕੋ ਡੋਲੇ ਖਾ ਰਹੀਆਂ, ਰੁੜ ਰਹੀਆਂ ਨੇ। ਤੇ ਗੁਰੂ ਕਿਰਪਾ ਕਰਨ ਸਾਨੂੰ ਬਲ ਮਿਲੇ, ਅਸੀਂ ਚੱਪੂ ਮਾਰਨੇ ਸ਼ੁਰੂ ਕਰ ਦਈਏ। ਤੇ ਚੱਪੂ ਮਾਰਨੇ ਸ਼ੁਰੂ ਕਰ ਦਈਏ, ਦਿਸ਼ਾ ਸਾਨੂੰ ਗੁਰੂ ਮਹਾਰਾਜ ਦੱਸਦੇ ਨੇ। ਤੇ ਹੌਲੀ ਹੌਲੀ ਆਪਣੀ ਬੇੜੀ ਦੀ ਦਿਸ਼ਾ ਆਪਣੇ ਗੁਰੂ ਵੱਲ ਕਰ ਲਈਏ। ਤੇ ਫਿਰ ਹੌਲੀ ਹੌਲੀ ਤੁਰਦੇ ਤੁਰਦੇ ਚੱਲਦੇ ਚੱਲਦੇ ਆਖਰ ਟਿਕਾਣੇ ਪਹੁੰਚਾਂਗੇ ਨਾ। ਔਰ ਇਹਨਾਂ ਹੀ ਗੱਲਾਂ ਨੂੰ ਵਿਸਤ੍ਰਿਤ ਰੂਪ 'ਚ ਆਪਾਂ ਹੋਰ ਖੁਲਾਸੇ 'ਚ ਪਾਵਨ ਲੜੀ ਦੇ ਪਾਵਨ ਬਚਨਾਂ 'ਚ ਵਾਸਤੇ ਆ ਸਮਝਣ ਦਾ ਯਤਨ ਕਰਦੇ ਆ। ਹੌਲੀ ਚੱਲਦੇ ਹਾਂ ਤਾਂ ਕਿ ਸ਼ਬਦ ਦੀ ਸਮਝ ਆਉਂਦੀ ਜਾਏ। ਕਿਉਂਕਿ ਅਸਾਂ ਕੋ ਲੇਖਾ ਤੇ ਦੇਣਾ ਨਾ ਵੀ ਇੰਨੇ ਦਿਨਾਂ 'ਚ ਅਸੀਂ ਇੰਨੇ ਸ਼ਬਦ ਇੰਨੇ ਅੰਕ ਪੜ੍ਹਨੇ ਨੇ। ਕੋਸ਼ਿਸ਼ ਹੈ ਹੌਲੀ 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 ਸਮਝ ਸਕੀ ਕਿ ਦੋ ਦੋ ਤੁਕਾਂ ਆ ਜਾਣ ਸਾਡੇ ਹਿੱਸੇ। ਕੱਲ੍ਹ ਅਸੀਂ ਵਾਚ ਰਹੇ ਸਾਂ, ਕਰਮ ਸਾਰੇ ਕਰਦਾ ਹੈ। ਮੰਨ ਲਓ ਜਪ ਵੀ ਕਰਦਾ ਹੈ, ਕਰਮ ਕਰਦਾ ਹੈ, ਪਰ ਪ੍ਰੀਤ ਨਹੀਂ ਹੈ। ਤੇ ਜੇ ਪ੍ਰੀਤ ਨਹੀਂ ਹੈ ਤਾਂ ਫਿਰ ਕੀ ਹੋਏਗਾ? ਉਹਦੇ ਕਰਮ ਨੂੰ ਕਿਸ ਤਰੀਕੇ ਨਾਲ ਦੇਖਾਂਗੇ? ਬਹੁਤ ਸਾਰੇ ਲੋਕ ਨੇ ਕੰਮ ਕਰਦੇ ਆ, ਖਾਸ ਕਰਕੇ ਖਿਮਾ ਕਰਨਾ, ਸਾਡਾ ਆਪਣਾ ਜੋ ਮੇਰੇ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਮਹਿਕਮਾ ਹੈ, ਜੋ ਅਸੀਂ ਰਾਗੀ ਗ੍ਰੰਥੀ ਪਾਠੀ ਲੋਕਾਂ ਬੜਾ ਪਾਠ ਕਰਦੇ ਨੇ, ਸਭ ਤੋਂ ਵੱਧ ਬਾਣੀ ਪੜ੍ਹਦੇ ਨੇ, ਪਰ ਫਿਰ ਵੀ ਜੀਵਨ ਵਿੱਚ ਪੱਲੇ ਕੁਛ ਨਜ਼ਰ ਨਹੀਂ ਆਉਂਦਾ। ਔਰ ਸੈਂਕੜਿਆਂ ਦੇ ਵਿੱਚੋਂ ਕਿਤੇ ਇੱਕ ਅੱਧਾ ਜੀਅ ਮਿਲਦਾ ਜਿਹਦੇ ਕੋਲ ਰਸ ਹੁੰਦਾ। ਇਹ ਨਹੀਂ ਕਿ ਨਹੀਂ ਗੇ, ਹੈਗੇ ਨੇ ਬਹੁਤ ਸੁੰਦਰ ਪਾਠੀ। ਮੈਂ ਵਿਆਕਰਣ ਦੇ ਕਰਕੇ ਸੁੰਦਰ ਨਹੀਂ ਕਹਿ ਰਿਹਾ ਕਿ ਬੜੇ ਸ਼ੁੱਧ ਪਾਠ ਕਰਦੇ ਹੋ, ਤਾਂ ਕੋਈ ਵੀ ਕਰ ਸਕਦਾ। ਟਾਵੇਂ ਟਾਵੇਂ ਮਿਲਦੇ ਨੇ ਜਿਨ੍ਹਾਂ ਕੋ ਵਾਕਿਆ ਜੀਵਨ 'ਚ ਰਸ ਹੈ। ਔਰ ਮਜ਼ੇ ਦੀ ਗੱਲ ਜਾਂ ਮਜਬੂਰੀ ਦੀ ਗੱਲ ਹੈ ਕਿ ਉਹਨਾਂ ਦੀ ਵੁਕਤ ਘੱਟ ਹੈ। ਜਿਨ੍ਹਾਂ ਦੇ ਕੋਲ ਰਸ ਹੈਗਾ ਉਹਨਾਂ ਦੀ ਵੁਕਤ ਨਹੀਂ ਗੀ। ਔਰ ਇਸੇ ਕਰਕੇ ਕਿਸੇ ਨੂੰ ਉਤਸ਼ਾਹ ਨਹੀਂ ਮਿਲਦਾ, ਲੈ ਭਾਈ ਫਲਾਣੇ ਨੂੰ ਰਸ ਮਿਲਿਆ ਤੇ ਚੱਲ। ਉਹ ਕਹਿੰਦਾ ਨਹੀਂ, ਉਹਨੇ ਠੱਗੀ ਠੋਰੀ ਝੂਠ ਪਰੇ ਬੋਲਿਆ, ਦੇਖੋ ਉਹਦੀ ਵੁਕਤ ਬਹੁਤੀ ਪੈ ਰਹੀ ਹੈ।
हैगे ने टावें टावें पाठी टावें टावें कीर्तनीय टावें टावें साडे महकमे दे ग्रंथी कथावाचक विचारक जिन्हां दे कोल रस है, पर उनकी गिणती थोड़ी है। बहुते असीं की कर रहे हैं समेत मेरे आप जे गौर ना वेखना सी करके तोह कुट्टा है। तो उन्होंने पंजाबी के लोग फक भी कहते सन, बड़ा पुराना शब्द है। तो हुण साडी बोल चाल विचों निकल गया है। हुण असीं छिलका कहण लग पए, छिलड़ कहण लग पए। ये तो कहते सी पुराने लोगों नूं, बजुर्गों नूं पता होवेगा, झोना चौल वास्ते कुटना लोग पहलां घरां च कुटदे सी। आम देसी जिहियां चक्कीआं हुंदियां उत्थे जाके छड़ाना झोना, तो उहदे जो छिलका उतरना फक है। हुण उहनूं कोई कुट्टी जाए तो जो चावल थोड़ा मिलेगा। इस तरह होर बहुत सारिया दालां ने जिन्होंने छिलका उतार के लोग खाने वरतते हैं। हुण असीं छिलका उतार दिता है, असीं छिलका ही कुट्टी जा रहे हैं, तो उहदे विचों भाई कुछ नहीं मिलना। जिन्हों पानी रिड़कना भी लोग कहते हैं, गुरबाणी च एक पानी रिड़कना भी जिक्र है। ये कर्म तो हो रहे हैं पर निरर्थक नहीं, अर्थ कोई नहीं, मायना कोई नहीं, बनना कुछ नहीं। जिवें एक मुहावरा सी पढ़ते हैं चुटकुले दे रूप में, एक कोई शराबी बेड़ी च बह गया तो सारी रात चप्पू मारदा रहा, पर पहुंचा किते किते भी नहीं, क्योंकि उन्हें बेड़ी रस्सी खोली कोई नहीं। अंदर रस्सी वटदा रहा, सारा दिन वटदा रहा, मिलिया कोई। बड़ियां कहावतां, बड़े उदाहरण एग्जाम्पल असीं एक दूजे दे नाल साझे कर लैने आ। सारन छड्डदी अपने वाल देखिए, असीं भी सवेर तो शाम तक पता नहीं कितनी बार वाहिगुरू की गल करते हैं, रब की गल करते हैं। साढ़े तो बहुत सारे सौं खाई जाते हैं, पर मिलता की है? तो कुट है मनमुख कर्म करें। जिन्ने साढ़े मनमुखता के कर्म ने ना, तो मनमुखता के कर्म बहुत बारीक जे मन की मर्जी के नाल कीते हुए कर्म। ये गल कदे कदे बड़ी भारी हो जाती है। मनमुख असीं उन्होंने मनमुख कहने जिहड़े किसी कारण साढ़े वर्गे कपड़े नहीं पाउंदे, जिन्हां साढ़े वांग जीवन का रंग ढंग नहीं रखिया, जिहड़े साढ़े वांग इत्थे रोज़ मत्था टेकण नहीं आउंदे सी, उन्होंने मनमुख कहने। ठीक है, मनमुख ने मान लिया, पर मनमुख का असल रूप तो उत्थे समझ आंदा जदों गुरु कुछ कह रहे होण तो मैं कुछ कर रहा वा। गुरु कुछ होर कह रहे ने, मैं कुछ होर कह रहा, कर हो रहा। वो मनमुख जो खड़ा गुरु के सामने है। याद रखना, सन्मुख ते मनमुख बहुत नेड़े नेड़े होंदे ने। जदों असीं दर्शन करते भाई साहब गुरदास साहब जी के राही इन्हां चीज़ों का, जदों इत्थों बाहरों असीं तुरे फिरदे मत्था टेकने इत्थे आके खलो जाने आ, मत्था टेकण तो बाद कुछ पल हुंदे साडे सन्मुखता दे, असीं गुरु के सन्मुख हथ जोड़ खड़े हुंदे आ। उतों अगला स्टैप हुंदा है गुरमुखता दा ते जा मनमुखता दा। जे ते असीं गुरु दे कहे मुताबिक तुर पए ते गुरमुख हो गए, तो जे अपनी मर्जी ना तुर पे तो मनमुख हो गए। और वो सारा कुछ इत्थे वरतदा है। जिवें बच्चे पास आते बच्चे फेल स्कूल विच ही हुंदे ना। जिहड़ा बच्चा स्कूल विच ही नहीं गया, उन्हें की पास होना ते की फेल होना, उहदे ते गल ही कदे कोई नहीं करदा। गल सिर्फ उन्हां दी है जो जमातां च बैठदे ने ते फेल हो जाते हैं। पास हो गए तो वड्डिया ही है भाई, पहले आए पढ़िया थोड़ा बहुता पास हो गए, फिर गां जां उन्हां दी गल हुंदी जो टॉप ते चले जाते हैं। मनमुख हो ने जो आउंदे ने, पढ़ते ने, सुनते ने, दलीलां दिंदे ने, तर्क विचारां बहुत दिंदे ने, पर अल्टीमेट करते अपनी मर्जी ने, करते कुछ नहीं। जो करते ने अपनी मर्जी ना करते, मेरी मर्जी मैं करूँगा। आ वेखिया हुण गुस्ताखी दी माफ़ी, कीर्तन हो रहा हुंदा, असीं अपनी मर्जी नाल कुछ होर कर रहे हुंदे आ। इत्थे ते गल करनी भी मने है, पर असीं ते करते हैं, सारे करते हैं। कई बार गल्लां ही नहीं करते, होर भी बहुत सारे काम करते हैं। ठीक है, हो सकता किसी ने जरूरी गलबात किसी ने कीती होवे, समझ आती तो मजबूरी होवे, लेकिन जिन्हां दी जिम्मेदारी बनती है कि तुसीं करके दिखाना, सगों वो बहुतियां करते हैं, क्योंकि वो कहते सानू किहड़ा रोकण वाला है, कि असीं ते बड़े जरूरी हाँ। मनमुख कर्म करे, मन की मर्जी ना कर रहे हो ना, तो नतीजा की है? पल्ले किछू ना पाए। अल्टीमेट पल्ले कुछ नहीं पैंदा। चले जवारी दोए हाथ चार, खेडते ने सारा दिन,
पर जो घर नूं जाते हैं जो लैके आउंदे ने कई बार वो भी गवा लेंदे ने। अगे जाके साड़ी जिंदगी के इस रहस का महाराज ने विश्लेषण किया, एक यात्री की तरह जिहड़ा व्यक्ति घरों तुरदा है, जिहड़ा सड़क ते खड़ा है, एक कदम अगे चलता है, एक कदम अगे चलता है तो 9 कदम पिछे नूं आ जाता है, फिर किते टिक जाता, फिर उतों एक कदम अगे चलता है तो फिर 9 कदम पिछे हटता है, 10 कदम पिछे हट जाता है, तो अल्टीमेट करी देखनी हुई किधर नूं जा रहा है। मूँह उहदा किसी होर पासे नूं है तो यात्रा उहदी किसी होर पासे नूं जा रही है। गुरबाणी च एक जिक्र है, जे एक विख आगाहां धरे तां 10 विखां पिछाहां जाए। एक विख एक कदम अगे धरदा है, 10 कदम पिछे मुड़ जाता है, तो अल्टीमेट 9 कदम पिछे चला जाता है ना। हर बारी एक कदम अगे जाता है, 10 कदम पिछे जाता है, हर बारी वो 9 कदम पिछे जा रहा है। बेशक उहदा मूँह किसी मंजिल वाल है, पर मंजिल वाल वध नहीं रहा, वध फिर अपने वापसी वाल जा रहा है। इवें साडे बहुत लोगों के मुख ते ठीक लगता है, कपड़े भी ठीक लगते हैं, बोल बाणियाँ भी ठीक लगते हैं, तो अल्टीमेट असीं अपनी जीवन की यात्रा हारते जा रहे हैं, घटता जा रहा है। की करिए महाराज, अज तो यही किया ना, रसना गुण गोपाल नित गायन, मन रे हर हर सेती लिव लाए, मन हर जप मीठा लागे, सिमरन करया कर तो ना मीठा लगेगा। किदां करया करा, कहण लगे सुन, गुर मिलिया नाम मन रविया भाई। सिमरन तो पहला गुरु नूं मिल, गुरु नाल संबंध बना, गुरु नाल प्रेम बना, तो सारे मनदे आ किसी तरह मिलते हाँ तो की मिलिया मिल जाइदा है। गुरबाणी च कहते मिलिया मिलिया ना मिले, मिले राह गली आप 100 जी नूं मिलते हैं, बाजार 100 जी मिलता है, कई बार पार्कां सैर करते हैं 100 जी, कि सारिਆਂ ਨੂੰ मिले हुए ਆਪਾਂ नहीं। उन्हां नाल मिलण वास्ते सानूं मुलाकातां वधाणीਆਂ पैंਦੀਆਂ ने। मुलाकातां वधाण दे नाल ना सानूं कईयां स्टैपां तो गुजरना, तद जाके किते असीं किसी दे नाल मिलन जोगे हुन्ने आ, तद किसी नाल मुलाकात करन जोगे हुन्ने आ, तद किसी दे नाल दुख सुख की सांझ पाउण जोगे हुन्ने आ, नहीं तो बथेरे जी मिलते नहीं। इसे तरह असीं भी आए मिले चले गए। सियाणे मनदे ने किसी भी बंदे नाल उपरे दे नाल तुसीं मिलदे हो तो 5-7 स्टैप हुंदे ने मिन मुख मुख, तद जाके तुसीं उहदे नाल दोस्ती मित्रता पा सकदे हो, तो पहला नहीं। गुरु साहब दे नाल भी सानूं उन्हां ही स्टैपां तो गुजरना पैंदा। असीं मिलदे हाँ, पहला एक दूजे नज़रां मिलदियां ने, स्माइल हुंदी है, हाय हैलो हुंदी है, फिर अदब दी फतेह सांझ हो जाती है, फिर मिलदे हाँ, माड़ा मोटा हाल चाल पुछ लिया, कित्थों आए हो, कित्थे रहिंदे हो। जदों अगले दिन वो ना मिले तो नज़रां उहदी तलाश करना शुरू कर देण कि फलाना बंदा रोज़ मिलदा सी, आपां कदे किते सैर करदा वेखिआ होणा, सैर करदे बंदा रोज़ मिलदा सी, अज नहीं मिलिया। उहदी तलाश आरंभ होई, मतलब साडे मन च उहदे प्रति थोड़ा जिहा भाव बन गया है। मिले, दुख सुख सांझ हुई, कप चाह पीता, तो जिस दिन असीं उहदे नाल बैठ के खाना खा लवांगे ना, साडे दुख सुख दी बहुत सारियां गल्लां सांझियां हो जाणगीआं, फिर असीं उहदे नाल अपने दुख सुख सांझे कर सकदे हां। इसे तरह गुरु साहब को आइए, पहलां ते मुलाकात हल्की, मत्था टेकिया, बह गए, हौली हौली अपने दिल दीयां गल्लां दस्सण लग पे। तो इत्थे भाई गुरु दे तो जो कि मनुख नहीं गए ना, इत्थे सब कुछ एक तरफे होना, सानू करना है। गुरु को बैठना भी है, असीं प्रेम भी करना है, प्रसाद भी महाराज दा दिता छकना है, लंगर भी महाराज दिता छकना है, पदार्थ भी महाराज दे दिते वरत रहे हैं, खा रहे हैं, पहुँच रहे, हंडा रहे हैं। तो आ जो खाने पदार्थ कपड़े पहन रहे हैं, हर वारी की महाराज तेरा शुकराना है, महाराज तेरा शुकराना, चंगा कपड़ा मिल गया, महाराज तेरा शुकराना, चंगा वस्त्र मिल गया, महाराज तेरा शुकराना है सानू सोहना घर मिले, छत मिली, ठंडा पानी, सुखमनी शब्द जिक्र है ना, एक एक गल का शुकराना करो, तो फिर हौली हौली महाराज दे प्रेम दे पात्र बनोगे। फिर महाराज कहणगे हाँ भाई भला है, शुकराना करता है, तो फिर मुलाकात मिलेगी, फिर सानू मिलण दा वक्त मिलेगा। फिर मिलांगे तो की होएगी, सतगुरु दे मिलण दा पहचान की है, गुर मिलिया नाम मन रविया।
गुरु दे मिलण दा मतलब है नाम हिरदे च प्रवेश, क्योंकि ना तो नाम दिसता जे ते ना गुरु दिसते ने। ये दोनों चीज़ां अदृश्य मंडल दियां ने। गुरु साहब भी सानू इदा नज़र तो नहीं आने पिया बंदे नूं बंदा मिल गया, नहीं। तो नाम भी कोई वस्तु नहीं है कि असीं एक दूजे तों प्रसाद ले लिया, फुल भेटा ले ली या देता, नहीं। नाम एक असीम शांति वरतेगी। समझ लेना, जदों मन शांत होण लग पए, दुनिया के तमाम उतार चढ़ावां दे विच रहिंदियां होइयां भी मन विच अपने गुरु के प्रति भरोसा टिकिया रहे तो मन अपनी अवस्था ते बनिया रहे। समझना कर गुरु मिल गए ने, गुरु का आसरा मिल गया, गुरु का टिकाणा मिल गया, हुण इहनूं छड्ड ना देना। अक्सर व्यक्ति की होंदे ने, परिस्थितियां वाधियां घाटियां आउंदियां ने, उतार चढ़ाव आउंदे ने, साडे उत्थों पल्ला छुट जाता है, मन डुल जाता है। तो एक बार मन डुल जाए, पल्ला छुट जाए तो बड़ी दूर जा निकली जाए, फिर मिलदियां मिलदियां जुड़दियां जुड़दियां पता नहीं कितना समा लग जाना है। असीं कदे कदे अरदास भी सुने आ भगतां तो, पूर्व जन्म हम तुमरे सेवक अब तो मिटे जी। महाराज सेवक तो तेरे ही, पर गलतियां करके पल्ला छुट गया, हुण ना छुटे। नाम मन रविया का भाव है, नाम हिरदे च आ गया। हुण जिन्ना संसार के कारण बनते ने, मन नाम का आसरा लैंदा, जप शुरू कर देंदा। सियाणे मनते ने जदों किसी प्रकार की कोई समस्या बने तो चिंतन बने भी की करना चाहिए, अगर उदों तुहानूं कोई गुरबाणी की तुक फुरने संकल्प च आउंदी है तो समझना गुरु तुहाडी मदद ते अगवाई कर रहे हैं, क्योंकि गुरबाणी है ना। अगर उदों किसी समस्या के समाधान के समय ते जदों असीं किसी समस्या का समाधान लभ रहे हुंदे आ और उस वक्त साडे मन विच अचनचेत कोई गुरबाणी तुक गूंज जाए, चिंतन च आ जाए, ख्यालां च आ जाए, तो कोशिश करना उस तुक नूं समझण दा महाराज की कह रहे हैं। पर असीं बहुते जीवन देखे आया उस वक्त, क्योंकि असीं इन्ने संसार दे परेशानियां चोने आ, गुरबाणी की उस तुक नूं नज़रअंदाज कर देने आ, ते फिर किसी होरनां तो पुछण जाने की करिए, फिर अपनी मत दसणगे। गुरु की मत नूं असीं छड्ड दिता है। हाँ, ये कई बार हुंदा है कि गुरु की मत ओ तुक सानू उस काम तो मना कर, ना भाई दा ना कर, पर असीं तो चुक अपना लाभ लाहा जां लालच जो भी हुंदा है उहदे मुताबिक देख रहे हुंदे आ। पर साडे बहुते जीआं दी चाहत हुंदी है कि कर्म मैं जो भी कर रहा भावें लालच भरपूर है, गुरु इत्थे मदद करन, गुरु किरपा करन, धक्के देना असीं करवाने की कोशिश करते हैं, पर गुरु किसी का धक्का नहीं मनते। गुरु अपना काम करते हैं, मनना जां ना मनना ये साडे ते निर्भर है। पहचान है कि जदों गुरु का विचार हिरदे च संचर जाए, शांति हो जाए, टिकाव बन जाए, गुर मिलिया नाम मन रविया भाई, ਉਹਦਾ सानू किवें पता लगेगा, क्यों होएगी, किदों होएगी? कहण लगे साची प्रीत प्यार, जदों अपने गुरु के प्रति सच्ची प्रीत होएगी। हुण इन्हां ते सानू पता ना, प्रीत झूठी ते प्रीत सच्ची हुंदी है। ये तो सारे संसारिक हाँ, जिन्हें तो जानते हैं कि भाई प्रीत सच्ची भी हुंदी है तो साडी बहुते जीआं दी प्रीत झूठी भी हुंदी है। असीं दिखावे वास्ते भी कईयां नाल बड़ी प्रीत करते हैं। महाराज ने जिक्र भी किया है कि किसी नूं मत्था टेकण का मतलब सच्ची प्रीत थोड़ा है। अपराधी दुणा निवै ज्यों हंता मिरगाह, कई बार अपराधी व्यक्ति बड़ा प्रेम दिखाणगे, अपराध किए गुनाह किए ने, ठगी मार ली है, हुण ऐसा करनगे कि शो ना हो सके। महाराज ने उदाहरण वरत्या जिवें शिकारी बड़े झुकिया होंदे ने, कमर तो ज़्यादा झुके होंदे ने, गोडियां परने होंदे ने, तो भाई वो की अपने शिकार नूं मत्था टेक रहे ने? नहीं, बल्कि शिकार की नज़र तो ओले हो रहे ने, छुप रहे ने, ताकि वो जीव विचारा देख ना सके तो इन्हां दे घात दे थले, निशाने दे थले आ जाए। तो जदों उन्हां दे मार थले आया, जी ते गया ना। बगला राम राम तो बड़ा जपदा, एक पैर खड़ा है, लखन अखां मिट्टियां ने, पर जरा को शिकार उहदी मार हेठ आया तो फिर बगले हुणी अपना काम कर देंदे ने। ये प्रीत झूठी है। इसे करके महाराज कहते झूठी देखी प्रीत जगत में झूठी, जगत की प्रीत इसे करके झूठी। साढ़े संसार परिवार च बहुत सारे लोग ने असां अपने परिवारां च वेखे ने
ਜਿਹੜੇ ਬੜੇ ਚੰਗੇ ਨੇ, ਮਿੱਠ ਬੁਰੜੇ ਨੇ, ਜਰਾ ਕੋਈ ਕੰਮ ਪਿਆ ਤਾਂ ਮੁੜ ਕੇ ਗੱਲ ਹੀ ਕੋਈ ਨਹੀਂ। ਜਰਾ ਕੰਮ ਦੱਸ ਕੇ ਦੇਖੋ, ਫਿਰ ਫੋਨ ਚੁੱਕਦੇ ਹੀ ਨਹੀਂ। ਉਂਝ ਬੜੇ ਪਿਆਰੇ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ। ਇਹ ਪ੍ਰੀਤ ਝੂਠੀ ਹੈ। ਗੁਰੂ ਦੇ ਨਾਲ ਸਾਚੀ ਪ੍ਰੀਤ ਹੈ। ਗੁਰੂ ਕਿਰਪਾ ਕਰਨ, ਅਸੀਂ ਬਚਨ ਪੜ੍ਹ ਲੈਨੇ ਆ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਆਵਰ ਸੰਗ ਤੋਰੀ। ਇਹ ਪ੍ਰੀਤਾਂ ਸਾਡੀਆਂ ਜੁੜ ਜਾਣ। ਇਸੇ ਕਰਕੇ ਮਹਾਰਾਜ ਨੇ ਸੱਚੀ ਪ੍ਰੀਤਾਂ ਦੇ, ਪ੍ਰੀਤਵਾਨ ਜੀਆਂ ਦੇ, ਭਾਵੇਂ ਪਸ਼ੂ ਪਤੰਗੇ ਵੀ ਕਿਉਂ ਨਹੀਂ, ਉਹਨਾਂ ਦਾ ਜ਼ਿਕਰ ਬਾਰ-ਬਾਰ ਕੀਤਾ। ਪਤੰਗੇ ਦੀ ਜੋਤ ਦੇ ਨਾਲ ਸਾਚੀ ਪ੍ਰੀਤ ਹੈ, ਭਵਰੇ ਦੀ ਫੁੱਲ ਦੇ ਨਾਲ ਸਾਚੀ ਪ੍ਰੀਤ ਹੈ, ਮਛਲੀ ਦੀ ਪਾਣੀ ਦੇ ਨਾਲ ਸਾਚੀ ਪ੍ਰੀਤ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਇਹ ਸਾਚੀ ਪ੍ਰੀਤ ਹੈ। ਮਨਾ ਭੰਵਰੇ ਦੀ ਪ੍ਰੀਤ ਕਮਲ ਦੇ ਨਾਲ ਹੈ, ਐਸੀ ਪ੍ਰੀਤ ਕਰ ਜੈਸੀ ਇੱਕ ਭੰਵਰ ਦੀ ਫੁੱਲ ਦੇ ਨਾਲ ਹੈ। ਐਸੀ ਪ੍ਰੀਤ ਕਰ ਜੈਸੀ ਮਿਰਗ ਦੀ ਨਾਦ ਦੇ ਨਾਲ ਹੈ, ਐਸੀ ਪ੍ਰੀਤ ਕਰ ਜੈਸੀ ਮਛਲੀ ਦੀ ਨੀਰ ਦੇ ਨਾਲ ਹੈ। ਇਹ ਸਾਚੀ ਪ੍ਰੀਤਾਂ ਦੇ, ਜਦ ਕਿ ਸਾਰੇ ਦੇ ਸਾਰੇ ਜੀ ਅਸੀਂ ਕਹਾਂਗੇ ਦੇਖੋ ਜੀ ਤਿਰਗਤ ਜੋ ਉਹਨਾਂ ਨੇ, ਪਸ਼ੂ ਜੋ ਉਹਨਾਂ ਨੇ, ਪਰ ਭਾਈ ਕਰਤੇ ਨੇ ਇਹਨੂੰ ਸਾਚੀ ਪ੍ਰੀਤ ਬਖਸ਼ਿਸ਼ ਕੀਤੀ ਹੈ। ਸਾਨੂੰ ਵੀ ਕਿਤੇ ਐਸੀ ਮਿਲ ਜਾਏ। ਚੇਤਾ ਰੱਖਣਾ, ਜਿੰਨਾ ਚਿਰ ਪ੍ਰੀਤ ਸਾਚੀ ਨਹੀਂ ਹੁੰਦੀ ਉਹਨਾਂ ਚਿਰ ਨਾਮ ਨਹੀਂ ਮਿਲਦਾ, ਕਿਉਂਕਿ ਨਾਮ ਇੱਕ ਅਟਲਤਾ ਹੈ, ਸੱਚਾਈ ਹੈ। ਅੱਜ ਜਿਵੇਂ ਬਿਜਲੀ ਵਿੱਚ ਆਪਾਂ ਇੱਕ ਤਕਨੀਕ ਦੇਖੀ ਹੋਣੀ ਆ, ਜਿਹੜੇ ਬਿਜਲੀ ਦੇ ਕੰਮ ਕਰਦੇ ਤੇ ਕੰਮ ਕਰਦੇ ਨੇ ਵੇਖਿਆ ਹੋਣਾ। ਅਸੀਂ ਤਮਾਮ ਇੰਤਜ਼ਾਮਾਤ ਤਾਰਾਂ ਦੇ ਕਰ ਲਏ, ਬਲਬ ਟੰਗ ਲਏ, ਜਦ ਤੱਕ ਤਾਰਾਂ ਨਹੀਂ ਜੁੜਦੀਆਂ ਬਲਬ ਨਹੀਂ ਜਗੇਗਾ। ਜਿੰਨੇ ਮਰਜ਼ੀ ਮੰਤਰ ਪੜ੍ਹ ਲਓ, ਜਿੰਨੇ ਮਰਜ਼ੀ ਪੂਜਾ ਕਰ ਲਓ, ਜਿੰਨੇ ਮਰਜ਼ੀ ਇੰਤਜ਼ਾਮ ਵਧੀਆ ਕਰ ਲਓ, ਕਾਰੀਗਰ ਜਿੰਨੇ ਮਰਜ਼ੀ ਬਦਲ ਲਓ, ਪਰ ਜਿੰਨਾ ਚਿਰ ਤਾਰ ਨਹੀਂ ਜੋੜਦੇ ਉਹਨਾਂ ਚਿਰ ਬਲਬ ਨਹੀਂ ਜਗਦਾ। ਇਸੇ ਤਰ੍ਹਾਂ ਕਿਉਂਕਿ ਉਹ ਤਾਰ ਜੁੜਨ 'ਤੇ ਹੀ ਕਰੰਟ ਪਾਸ ਹੁੰਦਾ ਹੈ। ਨਾਮ ਰੂਪੀ ਕਰੰਟ ਉਦੋਂ ਪਾਸ ਹੁੰਦਾ ਜਦ ਪ੍ਰੀਤ ਸਾਚੀ ਹੁੰਦੀ। ਅਗਰ ਜਰਾ ਵੀ ਝੂਠ ਹੈ, ਛਲ ਹੈ, ਕਪਟ ਹੈ, ਤੇ ਨਾਮ ਰੂਪੀ ਤਾਕਤ ਪਾਸ ਨਹੀਂ ਹੋਏਗੀ। ਔਰ ਇਹ ਸਾਨੂੰ ਸਭ ਨੂੰ ਸਮਝ ਲੈਣ ਦੀ ਗੱਲ ਹੈ ਕਿ ਅਗਰ ਸਾਡੇ ਹਿਰਦੇ 'ਚ ਕਿਸੇ ਪ੍ਰਕਾਰ ਦਾ ਵੀ ਕਿਸੇ ਪ੍ਰਤੀ ਛਲ ਜਾਂ ਕਪਟ ਹੈ ਤੇ ਹੋਰ ਸਭ ਕੁਝ ਮਿਲੇਗਾ, ਸੰਸਾਰ 'ਚ ਹੈ, ਮਿਲ ਹੀ ਰਿਹਾ, ਨਾਮ ਨਹੀਂ ਮਿਲੇਗਾ। ਬਾਕੀ ਸਭ ਕੁਝ ਮਿਲ ਸਕਦਾ ਸੰਸਾਰ 'ਚ। ਅਸੀਂ ਦੇਖ ਰਹੇ ਹਾਂ ਲੋਕ ਠੱਗੀਆਂ ਮਾਰ ਕੇ ਰਾਜੇ ਬਣ ਜਾਂਦੇ ਨੇ, ਬਣ ਜਾਣਗੇ ਭਾਈ, ਪਰ ਨਾਮ ਤੋਂ ਸੱਖਣੇ ਰਹਿ ਜਾਣਗੇ। ਮਹਾਰਾਜ ਕਹਿਣ ਲੱਗੇ ਇਹ ਨਾਮ ਮਿਲਦਾ ਹੈ ਸਾਚੀ ਪ੍ਰੀਤ ਪਿਆਰ। ਮਹਾਰਾਜ ਉਹਨਾਂ ਦੀ ਪਹਿਚਾਨ ਸਾਨੂੰ ਕੁਝ ਅਹਿਸਾਸ ਹੋ ਜਾਏ ਤਾਂ ਕਿ ਅਸੀਂ ਵੀ ਕੁਛ ਰਾਹ 'ਤੇ ਚੱਲ ਸਕੀਏ। ਕੋਈ ਜੁਗਤ ਕਹਿਣ ਲੱਗੇ ਸਦਾ ਹਰ ਕੇ ਗੁਣ ਰਵੈ ਭਾਈ। ਸਾਚੀ ਪ੍ਰੀਤ ਵਾਲੇ ਦੀ ਇੱਕ ਨਿਸ਼ਾਨੀ ਹੈ, ਸਦਾ ਹਰੀ ਕੇ ਗੁਣ ਜਪਦਾ ਹੈ। ਰਵੈ ਦਾ ਮਤਲਬ ਇਸ ਬਾਰ ਬਾਰ ਉਸੇ ਸਰਕਲ ਵਿੱਚ ਰਹਿੰਦਾ। ਘਾਟਾ ਮਿਲੇ ਮੁਨਾਫਾ ਮਿਲੇ, ਉਹ ਗੁਰੂ का ਸਿਮਰਨ ਜਪ ਨਹੀਂ ਛੱਡਦਾ, ਸ਼ੁਕਰਾਨਾ ਕਰਨਾ ਨਹੀਂ ਛੱਡਦਾ। ਇੱਕ ਬੜਾ ਪਿਆਰਾ ਬਚਨ ਹੈ, ਉਲਾਹਨੋ ਮੈਂ ਕਾਹੂ ਨਾ ਜੀਓ, ਮਨ ਮੀਠ ਤੁਹਾਰੋ ਕੀਓ। ਠੀਕ ਹੈ, ਘਰ ਪਰਿਵਾਰ ਸੰਸਾਰ 'ਚ ਕਦੇ ਘਾਟੇ ਤੇ ਕਦੇ ਮੁਨਾਫੇ ਹੁੰਦੇ ਨੇ, ਅਤੇ ਅਸੀਂ ਉਲਾਮਾ ਦੇਨੇ ਆਪਣੇ ਪਰਿਵਾਰ ਦੇ ਜੀਆਂ ਨੂੰ। ਇੱਦਾਂ ਕਿ ਅਸੀਂ ਬਹੁਤ ਵਾਰ ਦੇਖਿਆ ਸੀ ਰੱਬ ਨੂੰ ਉਲਾਮੇ ਦਿੰਦੇ ਹਾਂ। ਅਸੀਂ ਘਰਾਂ 'ਚ ਦੇਖੇ ਆਮ ਗਾਹੇ ਬਗਾਹੇ, ਜਦੋਂ ਕਿਸੇ ਦੂਜੇ ਨੂੰ ਧਨ ਸਾਡੇ ਤੋਂ ਜ਼ਿਆਦਾ ਮਿਲ ਰਿਹਾ ਹੁੰਦਾ ਹੈ, ਜ਼ਰੂਰਤ ਸਾਡੀ ਜ਼ਿਆਦਾ ਹੈ, ਧਨ ਕਿਸੇ ਹੋਰ ਕੋਲ ਜ਼ਿਆਦਾ ਹੈ, ਸਾਡੀ ਜ਼ਰੂਰਤਾਂ ਜ਼ਿਆਦਾ, ਧਨ ਘੱਟ, ਅਤੇ ਅਸੀਂ ਫਿਰ ਨਿਰਾਸ਼ ਹੋਏ ਰੱਬ ਨੂੰ ਉਲਾਮਾ ਦੇਨੇ, ਰੱਬਾ ਇਹ ਕੀ ਕੀਤਾ ਜੀ, ਮੇਰੀ ਜ਼ਰੂਰਤ ਇੰਨੀ ਵੱਡੀ ਹੈ, ਮੈਨੂੰ ਇੰਨਾ ਕੁਝ ਨਹੀਂ ਦਿੱਤਾ। ਅਸੀਂ ਉਲਾਮਾ ਦੇਨੇ। ਮਨੁੱਖ ਜੋ ਇਹ ਸਧਾਰਨ ਮਨੁੱਖ ਹੋਏ, ਭਾਈ ਸਾਹਿਬ ਕਹਿੰਦੇ ਹੁੰਦੇ ਸੀ ਕਿਤੇ ਸ਼ੁਕਰਾਨਾ ਦੇਖਣਾ, ਤੁਸੀਂ ਇੱਕ ਸੀਰ ਮੰਗਦੇ ਹੋ, ਉਹ ਇੱਕ ਛਟਾਂਕ ਦਿੰਦਾ ਹੈ, ਅਤੇ ਫਿਰ ਕੀ ਕਰੋਗੇ, ਉਲਾਮਾ ਦਿਓਗੇ? ਨਹੀਂ, ਸ਼ੁਕਰਾਨਾ ਕਰੋ, ਛਟਾਂਕ ਦੇ ਰਿਹਾ ਹੈ। ਜੇ ਛਟਾਂਕ ਭਰ ਵੀ ਨਾ ਦੇਵੇ ਤਾਂ ਕੀ ਕਰ ਲਓਗੇ? ਅਸੀਂ ਪੜ੍ਹਦੇ ਹਾਂ, ਸ਼ਾਇਦ ਆਪ ਤੇ ਰੋਜ਼ ਪੜ੍ਹਦੇ ਹੋਗੇ, 10 ਵਸਤੂ ਲੈ ਪਾਛੈ ਪਾਵੈ, ਏਕ ਵਸਤੂ ਕਾਰਨ ਵੀ ਖੋਟ ਗਵਾਵੈ, ਏਕ ਭੇ ਨਲ ਦੇ 10 ਪੀ ਹਿਰਲੇ, ਤਉ ਮੂੜਾ ਕਹੋ ਕਹਾਂ ਕਰੀ। ਇੱਕ ਮੰਗਦੇ ਹਾਂ, ਬਾਕੀ 10 ਵੀ ਲੈ ਲਏ ਵਾਪਸ, ਤੇ ਕੀ ਕਰੋਗੇ? ਅਸੀਂ ਕੁਛ ਨਹੀਂ ਕਰ ਪਾਵਾਂਗੇ। ਇਸ ਕਰਕੇ ਉਹਨੇ ਜੋ ਦੇ ਰਿਹਾ ਸ਼ੁਕਰਾਨਾ ਕਰੀਏ। ਸ਼ੁਕਰਾਨਾ ਕਰਦੇ ਜਾਵਾਂਗੇ ਤੇ ਦੇਖੇਗਾ ਨਾ ਕਿ ਸ਼ੁਕਰਾਨਾ ਕਰੀ ਜਾਂਦਾ ਹੈ, ਕਰੀ ਜਾਂਦਾ ਹੈ, ਕਰੀ ਜਾਂਦਾ ਹੈ, ਕਰੀ ਜਾਂਦਾ ਹੈ, ਅਤੇ ਕੋਈ ਨਹੀਂ, ਹੁਣ ਇਹਦਾ ਘਰ ਭਰ ਦੇਨੇ ਆ। ਗੁਰਦੇਵ ਕਿਰਪਾ ਕਰਨ ਕਿ ਅਸੀਂ ਇੱਥੇ ਟਿਕ ਸਕੀਏ, ਉਲਾਹਣੇ ਤੋਂ ਬਚ ਸਕੀਏ, ਸ਼ੁਕਰਾਨੇ ਦੇ ਘਰ ਵਿੱਚ ਆ ਸਕੀਏ। ਸਾਨੂੰ ਹੁਕਮ ਹੈ, ਇਸੇ ਰਾਗ ਵਿੱਚ ਆਪਾਂ ਅੱਗੇ ਜਾ ਕੇ ਪੜ੍ਹਨਾ ਹੈ।
अहर खवाद न कीजै रे मन, सुकृत कर कर लीजै रे मन। अहर खवाद जो ईर्खा करते हैं परिवारों च, ईर्खा साढ़े घर च, ईर्खा साढ़े मन च, ये ना करया करिए। की करे कि सुकृत कर, चंगा कर्म कर, जो मिले शुक्र कर। सदा हर के गुण रवै भाई, गुर कै हेत अपार। पर गुरु के प्यार विच टिकिया रहे, यही तो सब तो कट्ठे ने जिसों असीं कदे कदे समझ सकीए। गुरसिੱਖੀ बारीक ही इत्थे आके होंदी है, नहीं तो खंड हंडान नूं खुला मिले तो सारे बल्ले बल्ले जयकार करते हैं, पर जदों थोड़ा खंड हंडान नूं मिले कि उदों भी शुकराना करते हो, कि उदों भी प्रेम करते हो। उदों प्रेम करदा तो कहने लगे ये तो हर वेले फिर शुकराना ही करे। गुरु का हेत, हेत कहते मोह विच, प्यार विच, गुरु के प्यार विच। तो प्यार गुरु का पार बेअंत है, जिहड़ा इस तरह कर लैंदा है, जिहड़ा गुरु का शुकराना करन लग पैंदा है, जिहड़ा गुरु का धन्नवाद करन लग पैंदा है, संसार की हर परिस्थिति दे विच, हर हालात दे विच खुश रहन लग पैंदा है। महाराज कहने फिर उहदा जीवन सफल है। इसे राग विच आपां अगे एक होर बचन पढ़ना है। कई बार सानू श्रीमुख वाक रूप च मिलदा है, जीवन विच सुख ते आनंद किन्हां दा मिलदा है, जीवन सुखी किन्हां दा बनदा है। आपां अपने आने वाले फ्यूचर ते सारे चिंतित हाँ, साडा आने वाला फ्यूचर सुखी होवे, चंगा होवे, पर किन्हां दे? एक बचन है, आगै सुख मेरे मीता, अगे सुख है पर किन्हां दे? पाछे आनंद प्रभ कीता। जिहड़े इत्थे पहुँच जाते हैं, जिन्हां दी सुरत बिरती इत्थे पहुँच गई कि जो भी कुछ मिलिया सी हुण तक कि उहदा आनंद मना चुके हो, कि उहदे विच आनंदित हो चुके आ। ते असीं अपने अतीत नूं देखदे आ ते आनंदित नहीं हाँ। असीं जो कल बतीत किया अपना, कि अपने कल के बतीत हुए समय का विश्लेषण करने बाद असीं कहने आनंद आ गया, अज कल का जीवन जीवे आनंद आ गया। कहेंगे नहीं नहीं, कल तो इन्ना घाटा पै गया, आ मुनाफा होना सी, आ करना सी, इन्ना घाटा, असीं घाटा गिणांगे, आनंद नहीं गिणांगे। तो जिहड़ा जी अपने बतीत हुए समय का आनंद मनाउंदा है, उहदा ही आने वाला समा सुख ना भर जाता है। और यही कठिन है। होर भगती कोई वक्री क्रिया नहीं है। याद रखना, सिੱਖੀ का जो अंतरीय भाव है, जो गुरु नानक जीवन बदलाव का सिੱਖੀ स्वरूप है, वो इन्हां होर लिबासां ते बाकी चीज़ों की व्याख्यावां नहीं करता। वो इसकी व्याख्या करता कि तेरा मानसिक संतुलन कितना है, तेरा अंदर का टिकाव कितना है, तेरे अंदर की निर्मलता कितनी है, कि तू वाकया ही अपने रब दे दिते ते शुकराना करदा कि इत्थे टिकिया होया। फिर उहनूं जद टिक जाए, उहनूं कहंदे आया सो परवान है भाई, उहदा जीवन च आया सफल परवान है। नहीं तो आउंदे तो बथेरे ने संसार च, हर जी आया ही होया है ना। असीं आए हाँ ना, तो चले भी तो जाना ही है ना, आए भी हाँ, चले भी जाना। पर प्रवान किन्हां दा होएगा? जिन्हां दा प्रवान हो गया उन्होंने मुड़ के नहीं आना पैना। आ देखते ना दफ्तर आप एप्लीकेशन देने आ, स्वीकार होगी, दोबारा एप्लीकेशन देने की लोड़ नहीं पैंदी। हुण उन्होंने साडी फाइल एक्सैप्ट कर ली है, नतीजा कदों देणगे ये तो बाद की गल है। पर हुण सानू मुड़ मुड़ के अपनी एप्लीकेशन देने की जरूरत नहीं है, क्योंकि साडी फाइल, साडी एप्लीकेशन उस दफ्तर ने एक्सैप्ट कर ली, सानू नंबर दे दिता है, असीं इंतजार करते हैं। तो भाई जी उन्होंने एक्सैप्ट ही नहीं की तो सानू फिर मुड़ के देना पेगा, फिर कोई फॉल्ट, फिर कितनी बार आओगे, पता नहीं कितनी बार जम जम मरै मरै फिर जम, पता नहीं कितनी बार जन्म लेने आ, सानू प्रवानगी नहीं मिलती। जिन्होंने प्रवानगी मिल जाती है, महाराज कहणगे फिर उन्होंने इत्थे दोबारा मुड़ के आउणा नहीं पैंदा। और असीं इत्थे इसे करके बैठते हाँ कि साडे जीवन जिउंदे सानू प्रवानगी मिल जाए कि हाँ भाई ठीक है, हुण तेरी फाइल ते तेरे जीवन पद्धर ते विचार होएगा, तैनू गुरु के चरणों च थां मिल जाएगा। असीं साडे चों कोई जी चलाना कर जांदे, असीं यही तो बेनतियां कर महाराज कृपा को प्रवान करियो, जैसा भी तेरा जीवन है इस नूं देखदे आ। और याद रखना, जितना असीं जीवन जी चुके आ, साडे नतीजे उहदे मुताबक ही होने ने। आने वाला कल तो बड़ी दूर है जी। ते प्रवान वो है जो हुण तक जीवन प्रवान हो गया। आया सो प्रवान है भाई। महाराज किहड़ा प्रवान हुंदा है?
ਜਿਵੇਂ ਅਸੀਂ ਇਮਤਿਹਾਨਾਂ ਦੇਖਦੇ ਹਾਂ, ਪਾਸ ਕਿਹੜੇ ਹੁੰਦੇ ਨੇ, ਜੀਵਨ ਪ੍ਰਵਾਨ ਕਿਹੜੇ ਹੁੰਦੇ ਨੇ? ਜੇ ਗੁਰ ਸੇਵਾ ਚਿੱਤ ਲਾਏ, ਜਿਹੜਾ ਆਪਣਾ ਚਿੱਤ ਗੁਰੂ ਦੀ ਸੇਵਾ ਦੇ ਵਿੱਚ ਲਾ ਲੈਂਦਾ ਹੈ। ਅਖਰੀਰ ਤੇ ਆਪਾਂ ਇੱਦਾਂ ਹੀ ਕਰਦੇ ਨਾ, ਜੇ ਗੁਰ ਸੇਵਾ ਚਿੱਤ ਲਾਏ, ਜਿਹੜਾ ਆਪਣਾ ਚਿੱਤ ਗੁਰੂ ਦੀ ਸੇਵਾ ਦੇ ਵਿੱਚ ਲਾ ਲੈਂਦਾ ਹੈ, ਜੋ ਚਿੱਤ ਲਾ ਕੇ ਸੇਵਾ ਕਰਦਾ ਹੈ, ਬਸ ਉਹ ਪ੍ਰਵਾਨ ਹੈ। ਅਤੇ ਜੇ ਹੁਣ ਦੇਖੀ ਸੇਵਾ ਕਿੱਥੇ ਕਰਦੇ ਹਾਂ, ਕਿ ਅਸੀਂ ਇੱਥੇ ਬੈਠੇ ਹਾਂ, ਚਿੱਤ ਲਾ ਕੇ ਬਾਣੀ ਪੜ੍ਹ ਰਹੇ ਹਾਂ, ਚਿੱਤ ਲਾ ਕੇ ਬਾਣੀ ਸੁਣ ਰਹੇ ਹਾਂ। ਜਿਨ੍ਹਾਂ ਨੂੰ ਇੱਥੇ ਜੋ ਸੇਵਾਵਾਂ, ਸਾਡਾ ਬਾਹਰਲਾ ਸ਼ਬਦ ਹੈ, ਡਿਊਟੀਜ਼ ਮਿਲੀਆਂ, ਸੇਵਾਵਾਂ ਮਿਲੀਆਂ, ਦੇਖੀ ਕਿ ਅਸੀਂ ਚਿੱਤ ਲਾ ਕੇ ਕਰ ਰਹੇ ਹਾਂ। ਅਸੀਂ ਦੂਜੇ ਦੇ ਬਾਰੇ ਵਿਸ਼ਲੇਸ਼ਣ ਕਰਦੇ ਹਾਂ, ਦੇਖੋ ਜੀ ਫਲਾਣਾ ਡਿਊਟੀ ਪੂਰੀ ਨਹੀਂ ਕਰਦਾ, ਫਲਾਣਾ ਧਿਆਨ ਨਹੀਂ ਕਰਦਾ, ਅਣਗਹਿਲੀਆਂ ਕਰਦਾ, 100 ਵਾਰ ਕਰੇਗਾ ਉਹ 'ਤੇ। ਪਰ ਇੱਥੇ ਅਸੀਂ ਐਗਜ਼ਾਮਨਰ ਨਹੀਂ ਹਾਂ, ਸਾਡੇ ਸਭ ਦਾ ਐਗਜ਼ਾਮਨਰ ਇੱਕੋ ਗੁਰੂ ਕਰਤਾ ਹੈ। ਅਸੀਂ ਇੱਥੇ ਸਭ ਉਹਨਾਂ ਦੇ ਕੋਲ ਆਪਾਂ ਦਰਖਾਸਤਾਂ ਲੈ ਕੇ ਆਏ ਹਾਂ, ਅਸੀਂ ਸਾਰੇ ਇੱਥੇ ਸੇਵਕ ਦੇ ਰੂਪ 'ਚ ਆਈਏ। ਬਸ ਇਸ ਕੋਸ਼ਿਸ਼ ਵਿੱਚ ਆਈਏ ਕਿ ਜੋ ਸੇਵਾ ਮੈਨੂੰ ਮਿਲੀ ਹੈ, ਕੀ ਮੈਂ ਉਹ ਪੂਰੀ ਕਰ ਰਿਹਾ। ਜਗਤ ਗੁਰੂ ਨਾਨਕ ਸਾਹਿਬ ਦੀ ਸਾਖੀਆਂ 'ਚੋਂ ਜੋ ਅੱਜ ਕੱਲ੍ਹ ਸੰਧਿਆ ਦੇ ਸਮੇਂ ਆਪਾਂ ਬੈਠ ਕੇ ਵਾਚਦੇ ਹਾਂ, ਰਾਜੇ ਸ਼ਿਵਨਾਭ ਦੇ ਚਰਚੇ 'ਚ ਇੱਕ ਜ਼ਿਕਰ ਮਿਲਿਆ ਕਿ ਅਗਰ ਸੰਗਤ ਵਿੱਚ ਆ ਕੇ ਦੋ ਕੰਮ ਹੁੰਦੇ ਨੇ, ਪੜ੍ਹਨਾ ਅਤੇ ਜਾਂ ਸੁਣਨਾ। ਅਤੇ ਅਗਰ ਤੈਨੂੰ ਪੜ੍ਹਨ ਦੀ ਸੇਵਾ ਮਿਲੀ ਹੈ ਅਤੇ ਕਿ ਤੂੰ ਪ੍ਰੇਮ ਨਾਲ ਪੜ੍ਹਦਾ, ਜਿਵੇਂ ਪਾਠੀ ਨੂੰ ਪਾਠ ਕਰਨ ਦਾ ਵਕਤ ਮਿਲਿਆ, ਕੀਰਤਨੀ ਨੂੰ ਕੀਰਤਨ ਕਰਨ ਦਾ ਵਕਤ ਮਿਲਿਆ, ਮੈਨੂੰ ਕਥਾ ਕਰਨ ਦਾ ਵਕਤ ਮਿਲਿਆ, ਕੀ ਮੈਂ ਪ੍ਰੇਮ ਨਾਲ ਕਥਾ ਕਰਦਾ, ਕਿਸ ਨੀਚਾ ਦਿਖਾਉਣ ਲਈ ਤਾਂ ਨਹੀਂ ਕਰਦਾ, ਆਪਣਾ ਹੰਕਾਰ ਪ੍ਰਗਟ ਕਰਨ ਲਈ ਤਾਂ ਨਹੀਂ ਕਰਦਾ, ਕਿ ਗੁਰੂ ਕੇ ਸ਼ਬਦ ਨੂੰ ਗੁਰੂ ਕੇ ਸ਼ਬਦ ਮੁਤਾਬਕ ਹੀ ਪੜ੍ਹਦਾ ਹਾਂ, ਪ੍ਰੇਮ ਨਾਲ ਪੜ੍ਹਦਾ। ਅਤੇ ਭਾਈ ਅਗਰ ਤੈਨੂੰ ਜੇ ਪੜ੍ਹਨ ਦੀ ਸੇਵਾ ਮਿਲੀ ਹੈ ਅਤੇ ਪ੍ਰੇਮ ਨਾਲ ਪੜ੍ਹ, ਅਤੇ ਜੇ ਤੈਨੂੰ ਸੁਣਨ ਦੀ ਸੇਵਾ ਮਿਲ ਗਈ ਤਾਂ ਪ੍ਰੇਮ ਨਾਲ ਸੁਣ। ਤੂੰ ਸੁਣਨ ਦਾ ਕੋਈ ਐਗਜ਼ਾਮਨ ਕਰਦਾ, ਦੇਖੋ ਜੀ ਮਾਤਰਾ ਛੱਡ ਗਿਆ ਜੀ, ਆਹ ਕਰ ਗਿਆ, ਸਿਹਾਰੀ ਬਹਿਰੀ ਛੱਡ ਗਿਆ, ਆਹ ਕਰ ਗਿਆ, ਆਹ ਕਰ ਗਿਆ, ਇਹਨੇ ਝੱਗਾ ਇੱਦਾਂ ਦਾ ਪਾਇਆ, ਕੱਪੜਾ ਇੱਦਾਂ ਦਾ ਪਾਇਆ। ਅਸੀਂ ਤਾਂ ਇਹੀ ਕਰਦੇ ਰਹਿੰਦੇ ਨਾ ਇੱਥੇ ਆ ਕੇ। ਕਿਤਨੇ ਕੁ ਜੀ ਹਾਂ ਅਸੀਂ ਜੋ ਕੇਵਲ ਗੁਰੂ ਕੇ ਪ੍ਰੇਮ ਲਈ ਆਉਂਦੇ ਹਾਂ। ਨਹੀਂ ਮਹਾਰਾਜ, ਜੈਸੇ ਹੈ ਬੁਰੇ ਭਲੇ ਹਮ ਥਾਰੇ ਪ੍ਰਭ ਜੀਓ, ਖਸਮਾਨਾ ਕਰ ਪਿਆਰੇ। ਯਾਦ ਰੱਖਣਾ, ਅਸੀਂ ਇੱਥੇ ਐਗਜ਼ਾਮਨਰ ਬਣ ਕੇ ਮਤ ਆਈਏ, ਗੁਰੂ ਕੇ ਸਲਾਹਕਾਰ ਬਣ ਕੇ ਮਤ ਆਈਏ। ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਦੇ ਨਾਲ ਜਦੋਂ ਰਾਮੇ ਆਣੇ, ਅੱਜ ਇੱਥੇ ਅਸੀਂ ਮੁਕਤਸਰ ਸਾਹਿਬ ਕੇ ਨੇ ਤੁਰਲੇ ਪੜਾਵ 'ਤੇ ਜਦੋਂ ਬਹੁਤ ਸਾਰੇ ਚੌਧਰੀਆਂ ਸਿੱਖਾਂ ਦੀ ਮੁਲਾਕਾਤ ਗੁਰੂ ਪਾਤਸ਼ਾਹ ਸਾਹਿਬ ਜੀ ਨਾਲ ਹੋਈ ਹੈ, ਅਤੇ ਉਹਨਾਂ ਨੇ ਸਲਾਹਾਂ ਦਿੱਤੀਆਂ, ਮਹਾਰਾਜ ਇੱਦਾਂ ਕਰ ਦਿੰਦੇ ਹਾਂ, ਸਰਕਾਰ ਦੇ ਨਾਲ ਤੁਹਾਡੀ ਸਲਾਹ ਕਰਾ ਦਿੰਦੇ ਹਾਂ, ਅਸੀਂ ਆਹ ਕਰ ਦਿੰਦੇ ਹਾਂ। ਅਤੇ ਮਹਾਰਾਜ ਨੇ ਇੱਕੋ ਗੱਲ ਮੁਕਾਤੀ ਸੀ ਨਾ, ਮੈਨੂੰ ਸਲਾਹਕਾਰ ਨਹੀਂ ਚਾਹੀਦੇ, ਗੁਰੂ ਨੂੰ ਸਲਾਹਕਾਰ ਨਹੀਂ ਚਾਹੀਦੇ, ਰਾਜਿਆਂ ਨੂੰ ਸਲਾਹਕਾਰ ਚਾਹੀਦੇ ਨੇ, ਸਾਨੂੰ ਪਰਿਵਾਰਾਂ 'ਚ ਸਲਾਹਕਾਰ ਚਾਹੀਦੇ ਨੇ। ਇੱਕ ਦੂਜੇ ਨੂੰ ਸਲਾਹ ਮਸ਼ਵਰੇ ਕਰਨੇ ਸਾਡਾ ਪਰਿਵਾਰਕ ਅਤੇ ਸੰਸਾਰਕ ਲੋਕਾਂ ਦਾ ਕਰਤੱਵ ਹੈ, ਪਰ ਅਧਿਆਤਮ ਦੇ ਵਿੱਚ ਕੋਈ ਸਲਾਹਕਾਰ ਨਹੀਂ ਜੇ ਕਿਸੇ ਦਾ। ਅਤੇ ਖਾਸ ਕਰਕੇ ਗੁਰੂ ਕਰਤਾ ਇਹ ਪੁੱਛ ਨਾ ਕਰੇ ਵਿਚਾਰ, ਇਹ ਪੁੱਛ ਕੇ ਨਹੀਂ ਜੇ ਕੰਮ ਕਰਦੇ, ਹੁਕਮ ਕਰਦੇ ਨੇ, ਕਿਤਨਿਆਂ ਨੇ ਮੰਨ ਲਿਆ, ਕਿਤਨਿਆਂ ਨਹੀਂ ਮੰਨ ਲਿਆ, ਅਗਾਂਹ ਦੇਖੀ ਜਾਏਗੀ। ਪਰ ਗੁਰੂ ਕਰਤਾ ਸਿਰਫ ਹੁਕਮ ਕਰਦਾ ਹੈ। ਕਹਿਣ ਲੱਗੇ ਮੈਨੂੰ ਸਲਾਹਕਾਰ ਦੀ ਲੋੜ ਨਹੀਂ ਹੈ, ਜੇ ਸਲਾਹਕਾਰ ਬਣ ਕੇ ਆਏ ਤਾਂ ਜਿੱਧਰੋਂ ਆਏ ਵਾਪਸ ਚਲੇ ਜਾਓ। ਠਹਿਰ ਕੇ ਕਹਿਣ ਲੱਗੇ ਸਾਨੂੰ ਸਿੱਖਾਂ ਦੀ ਲੋੜ ਹੈ। ਹਾਂ, ਗੁਰੂ ਨੂੰ ਸਿੱਖ ਦੀ ਲੋੜ ਹੈ, ਸਿੱਖ ਨੂੰ ਗੁਰੂ ਦੀ ਲੋੜ ਹੈ। ਅਤੇ ਜੇ ਸਿੱਖ ਬਣ ਕੇ ਆਇਓ ਤਾਂ ਇੱਥੇ ਟਿਕ ਜਾਓ, ਫਿਰ ਤਾਂ ਸਿੱਖ ਹੁਕਮ ਮੰਨਦਾ, ਸਿੱਖ ਕਿੰਤੂ ਪਰੰਤੂ ਨਹੀਂ ਕਰਦਾ। ਅਸੀਂ ਆਰੰਭ ਦੀਆਂ ਸਾਖੀਆਂ 'ਚੋਂ ਇੱਕ ਸੰਵਾਦ ਕਈ ਵਾਰ ਪੜ੍ਹਦੇ ਸੁਣਦੇ ਹੁੰਦੇ ਹਾਂ, ਕਈ ਵਾਰ ਆਪਣੇ ਵੀ ਸੁਣਿਆ ਪੜ੍ਹਿਆ ਹੋਣਾ, ਉਹਨਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਲੋਕ ਉੱਤੇ ਟੀਕਾ ਟਿੱਪਣੀਆਂ ਵੀ ਕਰਦੇ ਨੇ। ਗੁਰੂ ਨਾਨਕ ਜੀ ਕਹਿੰਦੇ ਨੇ ਇਸ ਰੁੱਖ ਤੋਂ ਮਠਿਆਈ ਝਾੜੋ, ਗੁਰੂ ਕਾ ਬਚਨ ਹੋ ਗਿਆ। ਹੁਣ ਪੁੱਤਰਾਂ ਨੂੰ ਬਚਨ ਕੀਤਾ, ਪੁੱਤਰ ਤਰਕ ਵਿਤਰਕ ਕਰਦੇ ਨੇ, ਦਲੀਲਾਂ ਕਰਦੇ ਨੇ, ਦੱਸਦੇ ਨੇ, ਸਲਾਹਾਂ ਦਿੰਦੇ ਨੇ, ਪਿਤਾ ਜੀ ਰੁੱਖਾਂ ਨੂੰ ਥੋੜ੍ਹਾ ਮਠਿਆਈ ਲੱਗਦੀ ਹੈ, ਇਸ ਰੁੱਖ ਨੂੰ ਮਠਿਆਈ ਥੋੜ੍ਹਾ ਲੱਗਦੀ ਹੈ। ਹੁਣ ਉਹੀ ਬਚਨ ਇੱਕ ਪੁੱਤਰ ਨੂੰ ਹੁੰਦਾ ਹੈ, ਪੁੱਤਰ ਸਿਆਣਾ ਹੈ, ਸਮਝਦਾਰ ਹੈ, ਕਹਿਣ ਲੱਗਾ ਨਹੀਂ ਪਿਤਾ ਜੀ ਰੁੱਖਾਂ ਨੂੰ ਮਠਿਆਈ ਨਹੀਂ ਲੱਗਦੀ। ਹੁਣ ਉਹੀ ਬਚਨ ਸਿੱਖ ਨੂੰ ਹੁੰਦਾ, ਜਦ ਕਿ ਸਿੱਖ ਉਹ ਤਰਕ ਦਲੀਲ ਸੁਣ ਚੁੱਕਾ ਹੈ, ਫਿਰ ਵੀ ਰੁੱਖ 'ਤੇ ਚੜ੍ਹਨ ਲੱਗਦਾ। ਜੋ ਰੁੱਖ ਦੇ ਮੁੱਢ ਨੂੰ ਹੱਥ ਪਾ ਕੇ ਚੜ੍ਹਦਾ ਅਤੇ ਫਿਰ ਪੁੱਤਰ ਆਖਣਾ ਲੈਣਾ ਕੀ ਕਰਦਾ ਪਿਆ। ਗੁਰੂ ਪਿਤਾ ਅਤੇ ਬਜ਼ੁਰਗ 'ਚ ਪਤਾ ਨਹੀਂ ਕੀ ਬੋਲ ਦਿੰਦੇ ਨੇ, ਤੂੰ ਤਾਂ ਸਿਆਣਾ ਬਣ। ਆਪਾਂ ਕਦੇ ਕਦੇ ਕਹਿ ਦਿੰਦੇ ਸਿਆਣੇ ਬਣੋ, ਪਰ ਅੱਗੋਂ ਦਾ ਜਵਾਬ ਬੜਾ ਪਿਆਰਾ ਲੈਣਾ ਚਾਹੀਦਾ। ਕਹਿਣ ਲੱਗੇ ਗੁਰੂ ਦੇ ਸਾਹਮਣੇ ਸਿਆਣਪ ਕਾਹਦੀ, ਜੇ ਸਿਆਣਪ ਹੀ ਵਰਤਣੀ ਹੈ ਤਾਂ ਗੁਰੂ ਦੇ ਸਾਹਮਣੇ ਥੋੜ੍ਹਾ, ਗੁਰੂ ਕੇ ਸਾਹਮਣੇ ਤੇ ਕਹਿਣਾ ਇਆਣੇ ਹਾਂ ਅਸੀਂ, ਹਮ ਬਾਰਕ ਹਰਪ੍ਰਭ ਕੇ ਇਆਣੇ ਹਾਂ। ਇੱਥੇ ਸਿਆਣੇ ਨਹੀਂ ਆ, ਸਿਆਣਾ ਸਭ ਤੋਂ ਗੁਰੂ ਹੈ।
आ भुल गुरु है, तो जो आ भुल है तो भुल नहीं करता। वह हुक्म है रुख ते चढ़ना, तेन झाड़ना, मठियाई झड़ेगी नहीं झड़ेगी, गुरु को जाने। मेरा काम है रुख ते चढ़ना, मेरा काम है रुख नूं हलूणा देना, अगे गुरु का काम है। असीं इन्हां नूं अंध भगती जां होरना कई तरकां वितरकां च देखदे हाँ, ये साडे अलग अलग अपने ज्ञान खंड के टुकड़े ने, पर समग्रता च ही है जो गुरु कह रहे ने सत कह रहे हैं। तो अज गुरबाणी कह रही सत कह रही, सानू सियाणे वडेरिया ने समझाने वास्ते तरीके अपनाए ने। तो गुरु साहब जी ने बाणी जो समझ के वरतांगे ना, तो कोई ऐसा करतब नहीं मिलेगा जिहदे विच साडी इहो जिहा रूप दर्शन होवे। बस उही प्रवान है जिहड़ा गुरु के बचन नूं सत करके बंदा सी मन्निया। जिन्नी सुन कै मन्निया, जिन्हां ने गुरु के बचन नूं सुन लिया तो फिर मन लिया। अज ही कर सकीए सी आया सो परवान है भाई, जे गुर सेवा चित लाए, लाए चित कर चाकरी, मन नाम कर काम। हुण जो कुछ भी करते हैं किसी चित ला के करते हैं, ये अपना अपना देखना है। बाणी पढ़ते हैं तो चित ला के, बाणी सुनते हैं तो चित ला के, जो भी ड्यूटी करता मिलिया कि चित ला के, कि चित चुरा के तो नहीं करते भी मना झूठी हो जाए, कोई होर ही कर जाए तो चंगा करो, कित्थे जावांगे बच के। घर परिवार के जो करतब करते हैं कि चित ला के, नौकरी चाकरी करते हैं कि चित ला के, खेतीबाड़ी करते हैं, जो भी करते हैं चित ला के, कि वो गुरु की सेवा नहीं है। जो कुछ भी करतब किसी को मिले है वो गुरु की सेवा है। जे इत्थे जल छकाना, भांडे धोने मांजने गुरु की सेवा है, तो घर में भी किसी रोटी प्रसादा छकाना गुरु की सेवा, वो किसी होर ने थोड़ा दिता है। जे अपने परिवार के जीवन वास्ते मेहनत मशक्कत करनी तो भी तो गुरु करते दे ही दिते हुए हैं ना, तो गुरु करते ने सन बना के दिते ने। गुर सेवा चित लाए, फिर बड़े प्यार, नानक नाम हर पाइए भाई। फिर इंज सतगुरु को लगे ही भाई गल सुन, जदों चित ला के गुरु के हजूर रहोगे ना तो नाम मिलेगा। नाम हर वाहिगुरु जी का नाम पाइए प्राप्त होंदा है। नाम उन्हां नूं प्राप्त होंदा है जो चित ला के करतब करते हैं। हुण करतब की करते हो, हर करतब सेवा हो जाता है, हर करतब मजबूरी हो जाता है। हुण असीं देखना है जो चित ला के करिए, चित ला के पढ़िए, चित ला के सुनिए, जो भी करतब है चित ला के कर, क्योंकि चित्त निर्मल होना चाहिए, तद लग जाएगा। नानक नाम हर पाइए भाई। तो फिर की होएगा, गुर शब्द में लाए। असी आम तौर पर गुर शब्द इकट्ठा पढ़ते हैं ना, गुर शब्द के सदके मिला, तो गुर शब्द की है, गुरु शब्द के सदके मिलाते जे। गुरु किदां मिलाते असीं देखते हैं, हर जी किसी न किसी तरीके नाल काम करता ना। ड्राइवर किवें सानूं पहुँचाएगा, किसी वाहन के सदके पहुँचाएगा। आ कीर्तनीए साज ना होण ते धुना नहीं प्रगट होणगियां, नहीं बेहतरीन तरीके नाल गा पाउणगे, ये साज बेहतर ने। गुरु किवें वरतदे ने, गुरु किवें अपना काम करदे ने, गुरु शब्द के सदके करदे ने। गुरु शब्द दिंदे ने, भाई शब्द पढ़, गुरु ने शब्द दिता, सानू कहता रसना गुण गोपाल नित गायन, ये शब्द देता। मिलेगा कि शांत सहज रहस मन उपजो, सगले दुख पलायन। हुण ये शब्द मिल गया। हुण जितना असीं शब्द नूं पढ़ लांगे, चित ला लांगे, प्रेम कर लांगे, भाव सहित शब्द का जाप कर लांगे, तो इस गल नूं मन लवांगे, साडा पार उतारा तन छेती ते सौखा ते सुखैन हो जाएगा। गुर शब्दी में लाए, क्योंकि गुरु शब्द के सदके ही अपने च मिलांदे ने, क्योंकि शब्द ही साडा एक वाया है। इसे करके शब्द नूं गुरु किया है। शब्द नूं उत्पत्त परलो दा कारण भी कहो, उत्पत्त परलो शब्द होवे, शब्दे ही फिर उपत होवे। संसार की रचना सारी इसे शब्द रहस हुक्म के सदके प्रगट होंदी है, तो गुरु इस शब्द रहस के सदके ही सान मिलन। गुरु कृपा करन, बेनती करी महाराज असीं इनों समर्थ हो सकीए, असीं शब्द नाल जुड़ सकीए, शब्द नूं इन बिन अपना सकीए, तो शब्द के सदके साडा भी पार उतारा हो सके, शब्द ना चित लग सके। भुल चुक दी खिमा, आसीस ते प्यार देने फतेह बुलावना। वाहिगुरू जी का खालसा, वाहिगुरू।